ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਵਿਦਿਆਰਥੀਓ। ਸਾਡਾ ਅੱਜ ਦਾ ਵਿਸ਼ਾ ਹੈ ਸਮਾਨ ਆਰਥਿਕ ਸ਼ਬਦ। ਸਮਾਨ ਆਰਥਿਕ ਸ਼ਬਦ ਬੱਚਿਓ ਅਸੀਂ ਛੋਟੀਆਂ ਹੀ ਕਲਾਸਾਂ ਤੋਂ ਕਰਦੇ ਆ ਰਹੇ ਹਾਂ। ਅੱਜ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਦਵਾਂਗੀ। ਆਸ ਕਰਦੇ ਹਾਂ ਕਿ ਤੁਸੀਂ ਬੜੇ ਅੱਛੇ ਹੀ ਤਰੀਕੇ ਨਾਲ ਇਸ ਨੂੰ ਸਮਝ ਜਾਓਗੇ ਔਰ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਫਿਰ ਤੁਸੀਂ ਇਸ ਦਾ ਕੀ ਹੈਗਾ ਦੁਹਰਾਓ करना है ਤਾਂ ਜੋ ਤੁਹਾਨੂੰ ਅੱਛੇ ਤਰੀਕੇ ਨਾਲ ਇਸ ਦੀ ਸਮਝ ਆ ਜਾਏ। ਪਿਆਰੇ ਬੱਚਿਓ, ਸਮਾਨ ਆਰਥਿਕ ਸ਼ਬਦ ਦੇਖੋ। ਸਮਾਨ ਆਰਥਿਕ ਸ਼ਬਦ ਕੀ ਨੇ? ਇੱਕੋ ਜਿਹੇ ਅਰਥ ਰੱਖਣ ਵਾਲੇ ਜਾਂ ਰਲਦੇ ਮਿਲਦੇ ਅਰਥ ਰੱਖਣ ਵਾਲੇ ਸ਼ਬਦਾਂ ਕੀ ਕਹਿੰਦੇ ਨੇ? ਸਮਾਨ ਆਰਥਿਕ ਸ਼ਬਦ ਹੁੰਦੇ ਹਨ। ਸਮਾਨ ਆਰਥਿਕ ਸ਼ਬਦਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਬਹੁਤ ਸਾਰੇ ਲਾਭ ਹਨ। ਕਿਉਂਕਿ ਇਹਨਾਂ ਬਾਰੇ ਜਾਣਕਾਰੀ ਸਾਡੇ ਸ਼ਬਦ ਭੰਡਾਰ ਵਿੱਚ ਕੀ ਹੈ ਬਹੁਤ ਵਾਧਾ ਕਰਦੀ ਹੈ। ਸਮਾਨ ਆਰਥਿਕ ਸ਼ਬਦ ਆਪਣੀ ਗੱਲਬਾਤ ਨੂੰ ਸਪਸ਼ਟ ਕਰਨ ਦਾ ਬਹੁਤ ਵਧੀਆ ਸਾਧਨ ਹਨ। ਸਮਾਨ ਆਰਥਿਕ ਸ਼ਬਦਾਂ ਰਾਹੀਂ ਇੱਕ ਬੁਲਾਰਾ ਆਪਣੀ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਪਿਆਰੇ ਬੱਚਿਓ ਦੇਖੋ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਇੱਕ ਉਦਾਹਰਨ ਦਿੱਤੀ ਸੀ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਿੱਚ, ਇਸੇ ਤਰੀਕੇ ਨਾਲ ਹੀ ਸਮਾਨ ਆਰਥਿਕ ਸ਼ਬਦਾਂ ਦੇ ਵਿੱਚ ਵੀ ਇਹ ਵਾਲੀ ਉਦਾਹਰਨ ਹੈਗੀ ਹੈ। ਇਸ ਨੂੰ ਬੜੇ ਧਿਆਨ ਨਾਲ ਸਮਝਣਾ ਹੈਗਾ ਹੈ। ਜਿਸ ਤਰ੍ਹਾਂ ਉੱਪਰ ਮੈਂ ਲਿਖਿਆ ਹੋਇਆ, ਹੇਠਾਂ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਸਮਾਨ ਆਰਥਿਕ ਸ਼ਬਦਾਂ ਦੀ ਚੋਣ ਕਰੋ। ਪਿਆਰੇ ਬੱਚਿਓ, ਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਗੱਲਬਾਤ ਕਰਨ ਵਿੱਚ ਜਾਂ ਮੰਨ ਲਓ ਕਿ ਤੁਸੀਂ ਕੋਈ ਪੈਰਾ ਲਿਖਦੇ ਹੋ, ਉਸ ਵਿੱਚ ਅਸੀਂ ਇੱਕ ਹੀ ਜਿਹੜਾ ਹੁੰਦਾ ਨਾ ਸ਼ਬਦ, ਜਿਸ ਤਰ੍ਹਾਂ ਹੁੰਦਾ ਉਹਦੇ ਬਾਰ-ਬਾਰ ਜਿਹੜਾ ਹੈਗਾ ਉਹ ਨਹੀਂ ਵਰਤਦੇ। ਕਈ ਵਾਰ ਉਹ ਇੱਕ ਜਿਸ ਤਰ੍ਹਾਂ ਹੁੰਦਾ ਨਾ, ਇੱਕ ਸ਼ਬਦ ਦੇ ਕਈ ਅਰਥ ਹੁੰਦੇ ਹਨ। ਸਾਨੂੰ ਜਿਹੜਾ ਢੁਕਵਾਂ ਸ਼ਬਦ ਲੱਗਦਾ ਅਸੀਂ ਉਸ ਦੀ ਵਰਤੋਂ ਕਰਦੇ ਹੈਗੇ ਹਾਂ। ਇਸ ਵਿੱਚ ਵੀ ਇਸ ਤਰ੍ਹਾਂ ਹੀ ਆ। ਦੇਖੋ, ਪਿਤਾ ਜੀ ਮੈਂ ਕੱਲ੍ਹ ਸਵੇਰੇ ਸੁਬਾਹ ਜਲਦੀ ਹੀ ਆ ਜਾਵਾਂਗਾ। ਹੁਣ ਦੇਖੋ ਇਹਦੇ ਵਿੱਚ ਕੀ ਹੈ ਗਿਆ, ਸਵੇਰੇ ਅਤੇ ਸੁਬਾਹ। ਹੁਣ ਇਹ ਦੋ ਸ਼ਬਦ ਆ ਗਏ। ਦੋਵਾਂ ਦਾ ਮਤਲਬ ਕੀ ਹੈਗਾ? ਇੱਕ। ਠੀਕ ਹੈ। ਪਰ ਇਸ ਨੂੰ ਅਸੀਂ ਜਦੋਂ ਅਸੀਂ ਕੋਈ ਆਪਣੀ ਰਚਨਾ, ਆਪਣਾ ਜੋ ਵੀ ਅਸੀਂ ਲਿਖਦੇ ਹਾਂ, ਵਾਕ ਲਿਖਦੇ ਹਾਂ ਨਾ, ਜੋ ਵੀ ਪੈਰਾ ਰਚਨਾ ਕਰਦੇ ਹਾਂ, ਪ੍ਰਸ਼ਨ ਉੱਤਰ ਜਿਸ ਤਰ੍ਹਾਂ ਵੀ ਅਸੀਂ ਲਿਖਦੇ ਹੈਗੇ ਹਾਂ, ਉਹਦੇ ਵਿੱਚ ਅਸੀਂ ਆਪਣੀ ਸਮਝ ਦੇ ਮੁਤਾਬਕ ਕਿ ਸਾਨੂੰ ਜਿਹੜਾ ਸ਼ਬਦ ਠੀਕ ਲੱਗਦਾ ਉਸ ਸ਼ਬਦ ਨੂੰ ਅਸੀਂ ਟੁਕਵੇਂ ਦੇ ਅਕੋਰਡਿੰਗ ਆਪਣੇ ਮੁਤਾਬਕ ਅਸੀਂ ਉਸ ਨੂੰ ਲਿਖ ਲੈਂਦੇ ਹਾਂ। ਮੈਂ ਸ਼ਾਮ ਸੰਝ ਨਹੀਂ ਪੈਣ ਦੇਵਾਂਗਾ। ਮੈਂ ਸ਼ਾਮ ਨੂੰ ਅਸੀਂ ਸੰਝ ਵੀ ਕਹਿ ਦਿੰਦੇ ਹਾਂ, ਅਸੀਂ ਤਰਕਾਲਾਂ ਵੀ ਕਹਿ ਦਿੰਦੇ ਹਾਂ। ਠੀਕ ਹੈ। ਮੇਰਾ ਸਰੀਰ ਤਨ ਬਦਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ। ਮੇਰਾ ਸਰੀਰ ਨੂੰ ਅਸੀਂ ਤਨ ਵੀ ਕਹਿ ਦਿੰਦੇ ਹਾਂ ਅਤੇ ਅਸੀਂ ਬਦਨ ਵੀ। ਕਈ ਵਾਰ ਕੀ ਹੁੰਦਾ ਕਿ ਅਸੀਂ ਗੱਲ ਕਰਦੇ ਤਿੰਨੋਂ ਸ਼ਬਦ ਜਾਂ ਦੋ ਸ਼ਬਦ ਜਿਹੜੇ ਇਕੱਠੇ ਵਰਤ ਲੈ, ਕਹਿੰਦੇ ਨੇ ਮੇਰਾ ਸਰੀਰ ਅਤੇ ਜਿਹੜਾ ਜਾਂ ਹੋ ਸਕਦਾ ਮੇਰਾ ਤਨ ਅਤੇ ਬਦਨ ਹੈਗੇ ਬੜਾ ਹੀ ਦੁਖਦਾ ਪਿਆ ਹੈਗਾ ਹੈ ਨਾ। ਅਤੇ ਅੱਗੇ ਹੈਗਾ ਬੇਟਾ, ਮੈਂ ਜ਼ਿਆਦਾ ਘੁੰਮ ਫਿਰ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਮੈਂ ਜ਼ਿਆਦਾ ਘੁੰਮ ਫਿਰ ਸਕਾਂ। ਘੁੰਮਣਾ ਵੀ ਅਸੀਂ ਕਹਿ ਦਿੰਦੇ ਹਾਂ ਅਤੇ ਅਸੀਂ ਫਿਰਨਾ ਵੀ ਕਹਿ ਸਕਦੇ ਹਾਂ। ਕਹਿੰਦੇ ਨਾ, ਕਹਿ ਦਿੰਦੇ ਉਦਾਹਰਨ ਤੋਂ, ਤੁਸੀਂ ਕਿੱਥੇ ਘੁੰਮ ਕੇ ਆਏ, ਕਿੱਥੇ ਫਿਰ ਕੇ ਆਇਆ ਹੈ। ਤੁਸੀਂ ਨਿਰਾਸ਼, ਉਦਾਸ, ਉਪਰਾਮ। ਦੇਖੋ, ਨਿਰਾਸ਼, ਉਦਾਸ, ਨਿਰਾਸ਼ ਵੀ ਆਪਾਂ ਲਿਖ ਸਕਦੇ, ਅਸੀਂ ਉਦਾਸ ਵੀ ਉਹਦੀ ਜਗ੍ਹਾ 'ਤੇ ਲਿਖ ਸਕਦੇ। ਇੱਕ ਨਵਾਂ ਸ਼ਬਦ ਹੈ, ਇਸ ਨੂੰ ਨੋਟ ਕਰੋ, ਇਸ ਨੂੰ ਅਸੀਂ ਉਪਰਾਮ ਵੀ ਕਹਿੰਦੇ ਹਾਂ। ਠੀਕ ਹੈ। ਉਪਰਾਮ ਨਾ ਹੋਣਾ, ਤੁਹਾਡਾ ਪੁੱਤਰ, ਬੇਟਾ, ਪੁੱਤ ਕਾਫੀ ਚੁਕੰਨਾ ਅਤੇ ਹੁਸ਼ਿਆਰ ਹੈ। ਹੁਣ ਜਿਸ ਕੋ ਪੁੱਤਰ ਨੂੰ ਅਸੀਂ ਬੇਟਾ ਵੀ ਕਹਿ ਦਿੰਦੇ ਹਾਂ ਅਤੇ ਪੁੱਤ ਵੀ ਕਹਿ ਦਿੰਦੇ ਹਾਂ। ਅਸੀਂ ਚੁਕੰਨਾ ਵੀ ਲਿਖ ਸਕਦੇ ਅਤੇ ਅਸੀਂ ਹੁਸ਼ਿਆਰ ਵੀ ਲਿਖ ਸਕਦੇ। ਅਤੇ ਇਹਦੀ ਜਗ੍ਹਾ 'ਤੇ ਅਸੀਂ ਕੀ ਲਿਖ ਸਕਦੇ ਹੈਗੇ ਆ, ਅਸੀਂ ਤੇਜ਼ ਵੀ ਲਿਖ ਸਕਦੇ ਹਾਂ ਕਿ ਉਹ ਬੜਾ ਤੇਜ਼ ਹੈ, ਉਹ ਬੜਾ ਹੁਸ਼ਿਆਰ ਹੈ, ਉਹ ਬੜਾ ਚੁਕੰਨਾ ਹੈ। ਠੀਕ ਹੈ। ਇਹ ਹੈਗੇ ਸੀ ਸਾਡੇ ਸਮਾਨ ਅਰਥਕ ਦੀਆਂ ਜਿਹੜੀਆਂ ਸ਼ਬਦ ਦੀਆਂ ਕੁਝ ਮਹੱਤਵਪੂਰਨ ਗੱਲਾਂ, ਜਿਨ੍ਹਾਂ ਨੂੰ ਤੁਸੀਂ ਬੜੇ ਹੀ ਧਿਆਨ ਦੇ ਵਿੱਚ ਰੱਖਣਾ ਹੈਗਾ ਹੈ। ਹੁਣ ਮੈਂ ਤੁਹਾਡੀ ਜਿਹੜੀ ਕਿਤਾਬ ਦੇ ਵਿੱਚੋਂ ਹੈਗੇ ਆ ਤੁਹਾਨੂੰ ਉਹ ਸਮਝਾਵਾਂਗੀ, ਜਿਸ ਨੂੰ ਬੜੇ ਹੀ ਧਿਆਨ ਦੇ ਨਾਲ ਤੁਸੀਂ ਕੀ ਹੈਗਾ ਹੈ ਸਮਝਣਾ ਹੈਗਾ ਹੈ। ਸਮਾਨ ਆਰਥਿਕ ਸ਼ਬਦ। ਹਾਂਜੀ ਦੇਖੋ ਇੱਧਰ, ਸਮਾਨ ਆਰਥਿਕ ਸ਼ਬਦ ਦੀ ਪਹਿਲੇ ਜਿਹੜੇ ਤੁਹਾਡੀ ਬੁੱਕ ਦੇ ਵਿੱਚ ਪਹਿਲਾਂ ਹੀ ਇੱਕ ਉਦਾਹਰਨ ਦਿੱਤੀ ਗਈ ਹੈ। ਉਹ ਦੇਖੋ, ਜਿਸ ਤਰ੍ਹਾਂ ਇਹਨਾਂ ਨੇ ਇੱਕ ਆਦਮੀ ਦੀ ਤਸਵੀਰ ਬਣਾਈ ਹੋਈ ਹੈ, ਉਸ ਦੇ ਵਿੱਚ ਕੀ ਕੀਤਾ ਦੇਖੋ, ਆਦਮੀ, ਉਸ ਨੂੰ ਅਸੀਂ ਮਨੁੱਖ ਵੀ ਕਹਿ ਸਕਦੇ ਹਾਂ, ਉਸ ਨੂੰ ਅਸੀਂ ਬੰਦਾ ਵੀ ਕਹਿ ਸਕਦੇ ਹਾਂ, ਉਸ ਨੂੰ ਅਸੀਂ ਇਨਸਾਨ ਵੀ ਕਹਿ ਸਕਦੇ ਹਾਂ। ਹੁਣ ਇੱਧਰ ਇੱਕ ਅੱਖ ਦੀ ਉਦਾਹਰਨ ਦੇਖੋ, ਅੱਖ ਵੀ ਕਹਿ ਸਕਦੇ ਹਾਂ, ਨੇਤਰ ਵੀ ਕਹਿ ਸਕਦੇ ਹਾਂ, ਨੈਣ ਵੀ ਕਹਿ ਸਕਦੇ ਹਾਂ ਅਤੇ ਲੋਚਨ ਵੀ ਕਹਿ ਸਕਦੇ ਹੈਗੇ ਆ। ਦੇਖਿਏ ਇਹਦੇ ਕਿੰਨੇ ਜਿਹੜੇ ਅੱਗੋਂ ਅਰਥ ਨਿਕਲਦੇ, ਕਿੰਨੇ ਸ਼ਬਦ ਹੋਰ ਬਣਦੇ ਹੈਗੇ ਆ, ਜਿਨ੍ਹਾਂ ਨੂੰ ਮੈਂ ਪਹਿਲਾਂ ਵੀ ਕਹਿ ਸਕੀ ਕਿ ਅਸੀਂ ਆਪਣੇ ਮੁਤਾਬਿਕ ਜਿੱਥੇ ਸਾਨੂੰ ਢੁਕਵਾਂ ਲੱਗਦਾ ਹੈਗਾ ਅਸੀਂ ਉਸ ਅਰਥ ਦੀ ਚੋਣ ਕਰ ਸਕਦੇ ਹਾਂ।
ਅੱਗੇ ਦੇਖੋ ਹੁਣ ਜਿਹੜੇ ਇਹਦੇ ਵਿੱਚ ਜਿਹੜੇ ਕੁਝ ਮਹੱਤਵਪੂਰਨ ਜਿਹੜੇ ਖਾਸ ਨੇ, ਜਿਹੜੇ ਤੁਹਾਡੇ ਲਈ ਔਖੇ ਲੱਗ ਰਹੇ ਨੇ ਤੁਹਾਨੂੰ, ਹੈ ਨਾ। ਕੁਝ ਸ਼ਬਦ ਜਿਹੜੇ ਆਪਾਂ ਛੋਟੀ ਕਲਾਸਾਂ ਤੋਂ ਕਰਦੇ ਆ ਰਹੇ, ਬਾਰ-ਬਾਰ ਦੁਹਰਾਏ ਜਾਂਦੇ ਹਰ ਕਲਾਸ ਦੇ ਵਿੱਚ, ਪਰ ਕੁਝ ਸ਼ਬਦ ਹੁੰਦੇ ਕਿ ਜਿਹੜੇ ਨਵੇਂ ਹੁੰਦੇ ਤੁਹਾਡੇ ਲਈ, ਉਹ ਵਿੱਚੋਂ ਜਿਹੜੇ ਹੈਗੇ ਮੈਂ ਤੁਹਾਨੂੰ ਸਮਝਾਵਾਂਗੀ, ਕਿਉਂਕਿ ਤੁਹਾਡੇ ਸਮਾਨਾਰਥਕ ਸ਼ਬਦ ਜਿਹੜੇ ਬਹੁਤ ਹੀ ਜ਼ਿਆਦਾ ਨੇ ਇਹਦੇ ਵਿੱਚ। ਹੁਣ ਦੇਖੋ ਉਸਤਾਦ, ਪਹਿਲੇ ਜ਼ਮਾਨੇ 'ਚ ਪਤਾ ਕੀ ਕਹਿੰਦੇ ਹੁੰਦੇ ਸੀ ਕਿ ਇਹ ਜਦੋਂ ਕੋਈ ਕੰਮ ਸਿੱਖਦਾ ਹੁੰਦਾ ਸੀ, ਉਹਨੂੰ ਕਹਿ ਦਿੰਦੇ ਸੀ ਕਿ ਇਹ ਮੇਰਾ ਉਸਤਾਦ ਹੈ, ਠੀਕ ਹੈ। ਉਸਤਾਦ ਨੂੰ ਅਸੀਂ ਹੋਰ ਕੀ ਕਹਿ ਸਕਦੇ, ਅਧਿਆਪਕ ਵੀ ਕਹਿ ਸਕਦੇ, ਸਿੱਖਿਅਕ ਵੀ ਕਹਿ ਸਕਦੇ, ਗੁਰੂ ਵੀ ਕਹਿ ਸਕਦੇ ਹੈਗੇ ਆ। ਉਚਿਤ ਕਹਿੰਦੇ ਨਾ ਕਿ ਜਿਸ ਤਰ੍ਹਾਂ ਤੈਨੂੰ ਉਚਿਤ ਲੱਗਦਾ ਉਸ ਤਰ੍ਹਾਂ ਤੂੰ ਕੰਮ ਕਰ ਲਾ। ਉਚਿਤ ਨੂੰ ਅਸੀਂ ਠੀਕ ਵੀ ਕਹਿ ਦਿੰਦੇ, ਯੋਗ ਵੀ ਕਹਿ ਦਿੰਦੇ, ਅਤੇ ਅਸੀਂ ਢੁਕਵਾਂ ਵੀ ਕਹਿ ਦਿੰਦੇ ਹੈਗੇ ਆ। ਉੱਤਮ ਨੂੰ ਅਸੀਂ ਚੰਗਾ ਵੀ ਕਹਿੰਦੇ ਹਾਂ, ਸ਼੍ਰੇਸ਼ਠ ਵੀ ਅਤੇ ਵਧੀਆ ਵੀ। ਅੱਗੇ ਉਪਕਾਰ ਦੇਖੋ, ਨੇਕੀ ਵੀ ਕਹਿ ਦਿੰਦੇ ਹਾਂ, ਭਲਾਈ ਵੀ ਕਹਿ ਦਿੰਦੇ, ਅਤੇ ਅਸੀਂ ਅਹਿਸਾਨ ਵੀ ਕਹਿੰਦੇ, ਮੈਂ ਤੇਰਾ ਅਹਿਸਾਨ ਨਹੀਂ ਚੁਕਾ ਸਕਦਾ ਹੈਗਾ। ਉਪਯੋਗ ਕਹਿੰਦੇ ਨੇ ਜਿਹੜੀ ਹੈਗੀ ਹੈ ਇਹ ਵਸਤੂ ਜਿਹੜੀ ਉਪਯੋਗ ਵਿੱਚ ਨਹੀਂ ਹੈਗੀ। ਵਰਤੋਂ, ਲਾਭ, ਇਸਤੇਮਾਲ। ਕਈ ਵਾਰ ਕੀ ਹੁੰਦਾ ਪਿਆਰੇ ਬੱਚੇ, ਅਸੀਂ ਵਾਕ ਬਣਾ ਕੇ ਵੀ ਉਹਨਾਂ ਦੇ ਵਿੱਚੋਂ ਸਾਨੂੰ ਜਿਹੜੇ ਹੁੰਦੇ ਸਪਸ਼ਟ ਹੋ ਜਾਂਦੇ ਹੈਗੇ ਕਿ ਇਹਦਾ ਅਰਥ ਹੋਰ ਕਿਹੜਾ ਨਿਕਲਦਾ ਹੈਗਾ। ਉਮੰਗ, ਉਤਸ਼ਾਹ, ਚਾਅ, ਇੱਛਾ। ਉਲਟਾ, ਪੁੱਠਾ ਵੀ ਕਹਿ ਸਕਦੇ, ਵਿਰੋਧੀ ਵੀ ਕਹਿ ਸਕਦੇ, ਅਸੀਂ ਮੁੱਦਾ ਵੀ ਕਹਿ ਸਕਦੇ ਹੈਗੇ ਆ। ਅਕਲ, ਸਮਝ, ਮੱਤ, ਸਿਆਣਪ। ਕਹਿ ਦਿੰਦੇ ਤੈਨੂੰ ਮੱਤ ਨਹੀਂ ਹੈਗੀ, ਤੇਰੇ 'ਚ ਬਿਲਕੁਲ ਵੀ ਸਿਆਣਪ ਨਹੀਂ ਹੈਗੀ। ਅੱਗੇ ਦੇਖੋ ਅੱਖ ਦਾ ਮੈਂ ਤੁਹਾਨੂੰ ਦੱਸ ਚੁੱਕੀ ਹੈਗੀ ਹਾਂ। ਅੱਡ ਕਹਿੰਦੇ ਨੇ ਕਿਸੇ ਚੀਜ਼ ਨੂੰ ਅੱਡ ਕਰਨਾ, ਵੱਖ ਕਰਨਾ, ਅਲੱਗ ਕਰਨਾ, ਜੁਦਾ ਕਰਨਾ। ਅਨਾਥ, ਯਤੀਮ, ਬੇਸਹਾਰਾ, ਲਵਾਰਸ। ਅਮੀਰ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ, ਧਨਵਾਨ ਵੀ ਕਹਿੰਦੇ, ਧਨਾੜ ਵੀ ਕਹਿੰਦੇ, ਅਤੇ ਦੌਲਤਮੰਦ ਵੀ ਕਹਿੰਦੇ ਹੈਗੇ ਆ। ਅਰਥ ਨੂੰ ਅਸੀਂ ਕਹਿ ਦਿੰਦੇ ਇਹਦਾ ਭਾਵ ਦੱਸੋ, ਪ੍ਰਸ਼ਨਾਂ ਦੇ ਵਿੱਚ ਆਉਂਦਾ ਨਾ ਇਹਦਾ ਭਾਵ ਦੱਸੋ, ਇਹਦਾ ਮਤਲਬ ਦੱਸੋ, ਇਹਦਾ ਮਾਇਨਾ ਦੱਸੋ। ਆਰੰਭ ਅਸੀਂ ਕਹਿ ਦਿੰਦੇ ਹਾਂ ਆਦਿ, ਸ਼ੁਰੂ ਅਤੇ ਮੁੱਢ ਨੂੰ, ਠੀਕ ਹੈ। ਆਜ਼ਾਦੀ, ਸੁਤੰਤਰਤਾ। ਇੱਕ 'ਚ ਨਵਾਂ ਸ਼ਬਦ ਦੇਖੋ, ਸਵਾਧੀਨਤਾ, ਮੁਕਤੀ। ਅੱਗੇ ਹੈਗਾ ਆਥਨ, ਜਿਸ ਤਰ੍ਹਾਂ ਮੈਂ ਤੁਹਾਨੂੰ ਉਹਦੀ ਉਦਾਹਰਨ ਦਿੱਤੀ ਹੋਈ ਹੈ, ਸ਼ਾਮ, ਸਾਂਝ ਅਤੇ ਤਰਕਾਲਾਂ। ਆਨੰਦ ਕਹਿੰਦੇ ਜਿਸ ਚੀਜ਼ ਨੂੰ ਕੰਮ ਕਰਕੇ ਬੜਾ ਆਨੰਦ, ਆਪਣੇ ਮਨ ਨੂੰ ਆਨੰਦ ਆਵੇ, ਹੈ ਨਾ, ਖੁਸ਼ੀ, ਪ੍ਰਸੰਨਤਾ, ਮੌਜ। ਅੱਗੇ ਦੇਖੋ ਸੱਭਿਅਤਾ ਹੈਗਾ ਤਹਿਜ਼ੀਬ, ਸ਼ਿਸ਼ਟਾਚਾਰ, ਤਮੀਜ਼। ਕਹਿੰਦੇ ਨਾ ਤੈਨੂੰ ਤਹਿਜ਼ੀਬ ਨਹੀਂ ਸਿਖਾਏਗੀ, ਤੈਨੂੰ ਸ਼ਿਸ਼ਟਾਚਾਰ ਨਹੀਂ ਪਤਾ ਹੈ, ਗੱਲ ਕਰਦਾ ਨਹੀਂ ਪਤਾ ਹੈਗਾ, ਤੈਨੂੰ ਤਮੀਜ਼ ਨਹੀਂ ਹੈਗੀ। ਸਰੀਰ ਨੂੰ ਅਸੀਂ ਤਨ, ਦੇਹ, ਇੱਕ ਹੋਰ ਇਹਦੇ ਵਿੱਚ ਦੇਖੋ ਜਿਸਮ ਵੀ ਕਿਹਾ ਜਾਂਦਾ ਹੈਗਾ, ਠੀਕ ਹੈ। ਮੈਂ ਬਦਨ ਵੀ ਤੁਹਾਨੂੰ ਪਹਿਲਾਂ ਸ਼ੁਰੂ 'ਚ ਦੱਸਿਆ ਹੈਗਾ ਸੀ ਕਿ ਅਸੀਂ ਬਦਨ ਵੀ ਕਹਿ ਸਕਦੇ ਹਾਂ, ਅਸੀਂ ਜਿਸਮ ਵੀ ਕਹਿ ਸਕਦੇ ਹੈਗੇ ਹਾਂ। ਸੂਰਬੀਰ, ਬਹਾਦਰ, ਵੀਰ ਅਤੇ ਸੂਰਮਾ। ਅੱਗੇ ਦੇਖੋ ਗੁੱਸੇ ਨੂੰ ਅਸੀਂ ਕ੍ਰੋਧ ਵੀ ਕਹਿ ਦਿੰਦੇ, ਨਾਰਾਜ਼ਗੀ ਵੀ ਕਹਿ ਦਿੰਦੇ, ਅਤੇ ਕਹਿਰ ਵੀ ਕਹਿ ਦਿੰਦੇ ਹੈਗੇ ਆ। ਅੱਗੇ ਹੈਗਾ ਬੇਟਾ ਤਰੱਕੀ, ਵਿਕਾਸ, ਉੱਨਤੀ ਅਤੇ ਪ੍ਰਗਤੀ। ਤਾਕਤ, ਸ਼ਕਤੀ, ਜ਼ੋਰ ਅਤੇ ਬਲ। ਪਿਆਰੇ ਬੱਚੇ ਇਹ ਸੀ ਤੁਹਾਡੇ ਸਮਾਨ ਆਰਥਿਕ ਸ਼ਬਦ। ਆਸ ਕਰਦੀ ਕਿ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਆ ਚੁੱਕੇ ਹੋਣਗੇ, ਔਰ ਇਹਨਾਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝ ਕੇ ਅਤੇ ਕੀ ਯਾਦ ਕਰਨੇ ਹੈਗੇ ਆ। ਧੰਨਵਾਦ।